ਸਿਮਰਨ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜੁਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮ ਕਰ ਜੋਰੀ ਨਾਮ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਰੋਰੀ ਏਕ ਬਹਾਦਰ ਪਰਮ ਪੀਰ ਬਾਲਾ ਪਰਮ ਪੀਰ ਬਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਪਾਰ ਪਾਰ ਜਗਦੀਸਾ ਜਿਸ ਮਨ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਤ ਕਰਤਾ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਤਾ ਦੇ ਸਾਗਰ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਲੜੀਵਾਰ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਦੀਆਂ ਵਿਚਾਰਾਂ ਹੋ ਰਹੀਆਂ ਨੇ ਸਤਿਗੁਰੂ ਜੀ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਦੇ ਨੇ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰੀਏ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਗੁਰ ਫਤਿਹ ਦੀ ਸਾਂਝ ਪਾਈਏ ਨੇ ਸਾਰੇ ਭਾਈ ਭਾਈ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਕੌਤਕ ਵਿਚਾਰ ਰਹੇ ਹਨ। ਸਤਿਗੁਰੂ ਜੀ ਆਪਣੀ ਤੀਸਰੀ ਉਦਾਸੀ ਦੇ ਸਮੇਂ ਸਿੱਧਾ ਦੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਸ਼ਮੇਰ ਪਰਬਤ ਦੇ ਉੱਪਰ ਬਰਾਜੇ ਹੋਏ ਨੇ। ਸਤਿਗੁਰਾਂ ਦੇ ਸ਼ਮੇਰ ਪਰਬਤ ਤੇ ਜਾਣ ਦੇ ਸਮੇਂ ਜਿਹੜੇ ਸੰਤ ਬਿਰਤੀ ਵਾਲੇ ਸਿੱਧ ਹਨ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਹਨ ਉਹ ਬੜੇ ਖੁਸ਼ ਹਨ ਬੜੇ ਪ੍ਰਸੰਨ ਹਨ ਸਤਿਗੁਰਾਂ ਦੇ ਆਇਆਂ ਤੋਂ। ਪਰ ਜੋ ਪਰਮੇਸ਼ਰ ਦੇ ਨਾਲ ਨਹੀਂ ਜੁੜੇ ਕੇਵਲ ਪਖੰਡ ਹੀ ਕਰ ਰਹੇ ਨੇ ਸਰੀਰ ਉੱਪਰ ਸਵਾਹਾਂ ਮਲ ਕਰਕੇ ਉਹ ਸਤਿਗੁਰਾਂ ਦੇ ਆਉਣ ਦੇ ਉੱਪਰ ਦੁਖੀ ਹਨ
ਈਰਖਾ ਮਨ ਦੇ ਵਿੱਚ ਲੈ ਕਰਕੇ ਬੈਠੇ ਹੋਏ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਸ਼ਮੇਰ ਪਰਬਤ ਦੇ ਉੱਪਰ ਜਾ ਕਰਕੇ ਵਾਰੀ ਵਾਰੀ ਜਿਹੜੇ ਸਤਿਪੁਰਸ਼ ਸਿੱਧਨਾਥ ਸਨ ਉਹਨਾਂ ਨੂੰ ਸਮਝਾਉਣਾ ਕੀਤਾ ਹੈ ਕਿ ਜਦੋਂ ਜੋਗੀ ਬਣ ਜਾਈਏ, ਜਦੋਂ ਜੋਗ ਮਤ ਅਪਣਾ ਲਈਏ, ਧਨ ਜੋਗਨ ਕੀ ਕਰੈ ਨ ਆਸਾ। ਪਰ ਜੀਵਨ ਦੇ ਵਿੱਚੋਂ ਧਨ ਦੀ ਔਰ ਜਵਾਨੀ ਦੀ ਆਸ ਛੱਡ ਦੇਣੀ ਚਾਹੀਦੀ ਹੈ। ਪਰ ਤਰਿਆ ਅੰਗ ਨ ਲਾਵੈ ਪਾਸਾ, ਪਰ ਇਸਤਰੀ ਤਾਈ ਅੰਗਾਂ ਦਾ ਸਪਰਸ਼ ਛੱਡ ਦੇਣਾ ਚਾਹੀਦਾ ਹੈ। ਸਤਿਗੁਰੂ ਜੀ ਇਸੇ ਪ੍ਰਕਾਰ ਸਮਝਾ ਰਹੇ ਨੇ ਅੱਗੇ, ਸੋ ਗ੍ਰਹੀ ਜੋ ਨਿਗ੍ਰਹ ਕਰੈ ਉਹੀ ਅਸਲ ਜਪੀ ਤਪੀ ਗ੍ਰਸਤੀ ਹੈ। ਜੋ ਸ਼ੁਭ ਗੁਣਾਂ ਦਾ ਧਾਰਨੀ ਹੋਵੇ, ਜੀਵਨ ਅੰਦਰ ਜਾਪ ਤਪ ਸੰਜਮ ਵਰਗੇ ਸ਼ੁਭ ਗੁਣਾਂ ਨੂੰ ਕਮਾਉਣਾ ਕਰੇ, ਐਸਾ ਦਾਨੀ ਹੋ ਜਾਵੇ। ਪੁੰਨ ਦਾਨ ਕਾ ਕਰੈ ਸਰੀਰ ਕੇ ਸਮਾਂ ਆਉਣ ਦੇ ਉੱਪਰ ਆਪਣਾ ਸਰੀਰ ਵੀ ਦਾਨ ਕਰ ਦੇਵੇ। ਸੋ ਗ੍ਰਹੀ ਗੰਗਾ ਕਾ ਨੀਰ, ਫਿਰ ਐਸਾ ਜੋ ਗ੍ਰਸਤੀ ਹੈ, ਐਸਾ ਜੋ ਪਰਮੇਸ਼ਰ ਦਾ ਪਿਆਰਾ ਹੈ, ਉਹ ਗੰਗਾ ਦੇ ਜਲ ਵਾਂਗ ਉਹਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰਾਂ ਨੇ ਵਾਰੀ ਵਾਰੀ ਕਦੇ ਗੋਰਖਨਾਥ ਨੂੰ, ਕਦੇ ਈਸ਼ਰਨਾਥ ਨੂੰ, ਗੋਪੀ ਚੰਦ ਵਰਗਿਆਂ ਨੂੰ ਸਮਝਾਉਣਾ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਸੋ ਵੈਰਾਗੀ ਜੋ ਉਲਟੇ ਬ੍ਰਹਮ, ਭਾਵ ਉਹੀ ਅਸਲ ਵੈਰਾਗੀ ਉਦਾਸੀ ਹੈ, ਜੋ ਸੰਸਾਰ ਦੇ ਨਾਲੋਂ ਦ੍ਰਿਸ਼ਟੀ ਤੋੜ ਕਰਕੇ ਨਿਰੰਕਾਰ ਦੇ ਨਾਲ ਜੋੜ ਲਵੇ। ਗਗਨ ਮੰਡਲ ਮਹਾਰੂਪ ਥਾਮ ਤੇ 10 ਦਵਾਰ ਅੰਦਰ ਆਪਣਿਆਂ ਸਵਾਸਾਂ ਨੂੰ ਰੋਕਣਾ ਕਰੇ। ਅਹਨਿਸ ਆਤਰ ਰਹਿ ਧਿਆਨ, ਇੱਕ ਰਸ ਹੋ ਕਰਕੇ ਆਪਣੇ ਧਿਆਨ ਨੂੰ, ਇਸ ਪ੍ਰਕਾਰ ਇੱਕ ਰਸ ਰੱਖੇ ਆਪਣੇ ਧਿਆਨ ਨੂੰ, ਆਪਣੀ ਬਿਰਤੀ ਕਦੇ ਵੀ ਡੋਲਣ ਨਾ ਦੇਵੇ। ਸਤਿਗੁਰੂ ਜੀ ਇਸ ਪ੍ਰਕਾਰ ਸਾਰਿਆਂ ਨੂੰ ਵਾਰੀ ਵਾਰੀ ਉਪਦੇਸ਼ ਦਿੱਤਾ। ਪਰਮ ਤੰਤ ਮੈਂ ਰੇਖ ਨਾ ਰੂਪ ਮਹਾਰਾਜ ਕਹਿੰਦੇ, ਜੋ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦਾ ਕੋਈ ਭੇਦ ਭਾਵ ਰੰਗ ਰੂਪ ਹੱਦ ਬਨਾ ਨਹੀਂ ਹੈ। हे ਜੋਗੀਓ, ਐਸੇ ਪਰਮੇਸ਼ਰ ਵਿੱਚ ਲੀਨ ਹੋ ਜਾਣਾ ਚਾਹੀਦਾ, ਫਿਰ ਅਸਲ ਜੁੜਿਆ ਜਾਂਦਾ ਹੈ। ਫਿਰ ਅਸਲ ਜੋਗ ਮਤ ਅਪਣਾ ਕਰਕੇ ਜੋਗੀ ਅਖਵਾਇਆ ਜਾਂਦਾ ਹੈ। ਕੁਝ ਸਿੱਧਾਂ ਨੇ ਸਤਿਗੁਰਾਂ ਤਾਈਂ ਬਚਨ ਕੀਤੇ, ਮਹਾਰਾਜ ਜਿਹੜਾ ਭੈੜਾ ਸੁਭਾਅ ਹੈ ਅਤੇ ਸੰਤਾਂ ਵਾਂਗ ਜੀਵਣਾ ਕਿਵੇਂ ਹੋਵੇ। ਸਤਿਗੁਰੂ ਜੀ ਕਹਿੰਦੇ, ਆਸਤ ਨਾਸਤ ਏਕੋ ਨਾਉ, ਏਕੋ ਪਰਮੇਸ਼ਰ ਦਾ ਨਾਮ ਜੀਵਨ ਅੰਦਰ ਜਪਣਾ ਚਾਹੀਦਾ ਹੈ। ਸੰਸਾਰ ਦੇ ਪ੍ਰਤੀ ਨਾਸਤ ਬਿਰਤੀ ਰੱਖਣੀ ਚਾਹੀਦੀ ਹੈ, ਟੁੱਟ ਜਾਣਾ ਚਾਹੀਦਾ ਹੈ, ਅਤੇ ਪਰਮੇਸ਼ਰ ਪ੍ਰਤੀ ਆਸਤ ਬਿਰਤੀ ਸ਼ਰਧਾ ਭਾਵਨਾ ਵਾਲੀ ਰੱਖਣੀ ਚਾਹੀਦੀ ਹੈ। ਫਿਰ ਸੰਸਾਰ ਦੇ ਅੰਦਰ ਰਹਿ ਕਰਕੇ, ਗ੍ਰਸਤ ਦੇ ਅੰਦਰ ਰਹਿ ਕਰਕੇ ਪਰਮੇਸ਼ਰ ਦੇ ਨਾਲ ਜੁੜਿਆ ਜਾ ਸਕਦਾ ਹੈ। ਇਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਮੇਰ ਪਰਬਤ ਦੇ ਉੱਪਰ ਸਾਰਿਆਂ ਸਿੱਧਾਂ ਤਾਈਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਇੱਥੋਂ ਤੱਕ ਕਥਾ ਵਿਚਾਰਾਂ ਆਈਆਂ ਸਨ। ਜਿਸ ਤਰ੍ਹਾਂ ਆਉਣ ਵਾਲਾ ਗੁਰ ਇਤਿਹਾਸ ਆਉਂਦਾ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਆਉਣ ਵਾਲਾ ਗੁਰ ਇਤਿਹਾਸ ਸ਼ਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਣ ਕੇ ਸਿੱਧ ਦੂਸਨ ਭਏ। ਸਾਰੇ ਹੀ ਸਿੱਧ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸੁਣ ਕਰਕੇ ਸਾਰਿਆਂ ਨੇ ਹੀ ਚੁੱਪ ਧਾਰਨ ਕੀਤੀ ਹੈ। ਬੋਲੇ ਕੌਣ ਨਾ ਕੋਈ, ਫਿਰ ਕੋਈ ਵੀ ਸਤਿਗੁਰਾਂ ਦੇ ਮੂਹਰੇ ਨਹੀਂ ਬੋਲਿਆ, ਸਾਰਿਆਂ ਨੇ ਹੀ ਚੁੱਪ ਧਾਰਨ ਕੀਤੀ ਹੈ। ਚਰਚਾ ਮੈਂ ਆਲਮ ਨਹੀਂ, ਜਾਣ ਗਏ ਨੇ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਚਾਰ ਚਰਚਾ ਦੇ ਵਿੱਚ ਸਾਡੇ ਤੋਂ ਹਾਰਨ ਵਾਲੇ ਨਹੀਂ ਹਨ। ਸਮਝਤ ਭੀਮਨ ਸੋਈ, ਸਾਰੇ ਹੀ ਆਪਣੇ ਮਨਾਂ ਅੰਦਰ ਇਹ ਗੱਲ ਜਾਣ ਚੁੱਕੇ ਨੇ। ਸੂਰਖਾ ਜੇ ਅੰਤਰ ਉੱਤਮ ਨਾਥ, ਜਿਹੜੇ ਉੱਤਮ ਬਿਰਤੀ
ਮਹਾਂਪੁਰਖਾਂ ਵਾਲੀ ਬਿਰਤੀ ਵਾਲੇ ਨਾਥ ਜੋਗੀ ਸਨ। ਮਗਨ ਧਿਆਨ ਮਹਿ ਤਬ ਰਹੇ। ਉਹ ਆਪਣੀ ਸਮਾਧੀ ਦੇ ਅੰਦਰ ਮਗਨ ਰਹੇ, ਆਪਣੀ ਸਮਾਧੀ ਅੰਦਰ ਜੁੜੇ ਰਹੇ। ਬੋਲੇ ਤਿਨਕੇ ਸਾਥ। ਉਹਨਾਂ ਦੇ ਤਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ। ਸ੍ਰੀ ਗੁਰੂ ਮੋਦ ਵਡਾਈ ਕੈ। ਬੜਾ ਪ੍ਰੇਮ ਵਧਾ ਕਰਕੇ, ਬੜਾ ਪ੍ਰਸੰਨ ਹੋ ਕਰਕੇ ਜਿਹੜੇ ਜੋਗੀ ਸਮਾਧੀਆਂ ਅੰਦਰ ਲਵਲੀਨ ਹੋਏ ਬੈਠੇ ਸਨ, ਉਹਨਾਂ ਤਾਈਂ ਸਤਿਗੁਰੂ ਜੀ ਬੋਲੇ ਨੇ। ਕਬੈਤ ਆਸਨ ਕੋ ਲਾਇ ਕੈਸਿਓ ਆਸ ਨ ਰਜੇ ਕੇ ਬੀਚ। ਮਹਾਰਾਜ ਕਹਿੰਦੇ ਹੈ ਜੋਗੀਓ, ਤੁਸੀਂ ਆਸਨਾਂ ਦੇ ਉੱਪਰ ਮਸਤ ਹੋ ਕਰਕੇ ਪਰਮੇਸ਼ਰ ਅੰਦਰ ਲੀਨ ਹੋ ਕੇ ਬੈਠੇ ਹੋ। ਦੇਖੋ ਕਿੰਨੇ ਵੱਡੇ ਭਾਗ ਨੇ, ਤੁਹਾਡੇ ਮਨਾਂ ਦੇ ਅੰਦਰ ਇੱਕ ਵੀ ਸੰਕਲਪ ਪੂਰਨਾ ਆਸ ਨਹੀਂ ਹੈ। ਐਸੇ ਕੁਕੂ ਨਾਥ ਸੰਗ ਬੋਲੇ ਹੈ ਸੁਨਾਈ ਕੈ। ਇਸ ਪ੍ਰਕਾਰ ਜਿਹੜਾ ਘੁੱਗੂ ਨਾਥ ਨਾਮ ਦਾ ਜੋਗੀ ਸੀ ਮਹਾਰਾਜ, ਉਹਦੇ ਤਾਈਂ ਇਹ ਬਚਨ ਕਰ ਰਹੇ ਨੇ। ਮੋਨ ਕੈਸੇ ਸਾਥੀ ਕੌਣ ਮਤ ਅਰਾਧੀ ਤੁਮ। ਮਹਾਰਾਜ ਕਹਿੰਦੇ ਕਿਹੜੀ ਮਤ ਦੇ ਧਾਰਨੀ ਹੋਏ ਹੋ ਘੁੱਗੂ ਨਾਥ ਜੀ। ਇਸ ਪ੍ਰਕਾਰ ਮੌਨ ਕਾ ਤੋਂ ਸਾਧੀ ਹੈ, ਤੁਸੀਂ ਚੁੱਪ ਨੂੰ ਕਿਉਂ ਧਾਰਨ ਕੀਤਾ ਹੈ, ਕਿਹੜੀ ਮਤ ਅਪਣਾਈ ਹੈ। ਪੁੱਤਰ ਨ ਕਹਿਓ ਸੁਨਿਓ ਮਨ ਤੇ ਉਠਾਈ ਕੈ। ਮਹਾਰਾਜ ਕਹਿੰਦੇ ਪੁੱਤਰ ਨਾ ਕਹਿਓ ਸੁਣਿਓ ਮਨ ਤੇ ਉਠਾਏ। ਆਪ ਜੀ ਸਾਨੂੰ ਪੁੱਤਰ ਦੇਣਾ ਕਰੋ। ਹਲੇ ਤੱਕ ਤੁਸੀਂ ਉੱਤਰ ਨਹੀਂ ਦਿੱਤਾ। ਮਨ ਚਿਤ ਬਿਰਤੀ ਉੱਚੀ ਚੱਕ ਕਰਕੇ ਸਾਨੂੰ ਸੁਣਾ ਕਰਕੇ ਕਹਿਣਾ ਕਰੋ ਜੀ। ਆਖੋ ਕੇ ਦਰਸ਼ਨ ਮਰਮ ਨ ਜਾਣਿਓ ਜਾਏ। ਸਤਿਗੁਰੂ ਜੀ ਕਹਿੰਦੇ ਤੁਹਾਡੇ ਦਰਸ਼ਨ ਬੜੇ ਚੰਗੇ ਲੱਗਦੇ ਨੇ, ਪਰ ਤੁਹਾਡੇ ਮਰਮ ਦਾ ਜਿਹੜਾ ਮਨ ਦਾ ਭੇਦ ਉਹ ਜਾਣਿਆ ਨਹੀਂ ਜਾਂਦਾ। ਬੋਲੇ ਬਿਨ ਕੈਸੇ ਜਾਣੈ ਕਹੈ ਬੁਝਾਈ ਕੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਘੁੱਗੂ ਨਾਥ ਜੀ ਜਿੰਨਾ ਸਮਾਂ ਬੋਲ ਕੇ ਨਹੀਂ ਦੱਸਦੇ ਤੇ ਤੁਹਾਡੇ ਬਾਰੇ ਕੀ ਜਾਣਿਆ ਜਾਵੇ। ਬੋਲੇ ਗੁਰੂ ਨਾਨਕ ਸੋ ਬਚਨ ਬਿਲਾਸ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਸੁੰਦਰ ਬਚਨ ਸੁਣ ਕਰਕੇ ਘੁੱਗੂ ਨਾਥ ਜੋ ਜੋਗੀ ਬੋਲਿਆ ਹੈ। ਨੀਕੇ ਜਾਨ ਅਵਤਾਰ ਹਿਰਦੇ ਬਹੁ ਹਰ ਖਾਈ ਕੈ। ਜਾਣ ਅਵਤਾਰ ਹਿਰਦੈ ਬਹੁ ਹਰਿ ਖਾਇ ਕੈ ਬੋਲਿਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਪਰਮੇਸ਼ਰ ਰੂਪ ਜਾਣ ਕਰਕੇ ਘੁੱਗੂ ਨਾਥ ਇਸ ਪ੍ਰਕਾਰ ਸਤਿਗੁਰਾਂ ਤਾਈਂ ਬੋਲਿਆ ਹੈ। ਕਬਿਤ ਸਿਧ ਨਾਥ ਜਤੀ ਕੋ ਨਾਮ ਨ ਧਰਾਵਾ ਜਗ। ਕਹਿਣ ਲੱਗਾ ਮਹਾਰਾਜ ਆਪ ਜੀਆਂ ਨੇ ਐਸੀ ਬਖਸ਼ਿਸ਼ ਕੀਤੀ ਹੈ, ਆਪ ਜੀਆਂ ਦੀ ਐਸੀ ਬਖਸ਼ਿਸ਼ ਹੋਈ ਹੈ। ਸੰਸਾਰ ਦੇ ਉੱਪਰ ਜੋ ਵੀ ਸਿੱਧ ਨਾਥ ਜਤੀ ਆਦਿਕ ਜੋ ਨਾਮ ਹਨ, ਹੁਣ ਇਹਨਾਂ ਨਾਮਾਂ ਦੇ ਵਿੱਚ ਮੇਰਾ ਕੋਈ ਵੀ ਪ੍ਰੇਮ ਨਹੀਂ ਰਿਹਾ। ਜੋ ਨੀਚੋ ਪਾਦ ਤਜ ਸਿੱਧੀ ਨ ਬਜਾਈ ਹੋ। ਮਹਾਰਾਜ ਜਿਹੜੇ ਉੱਚੇ ਪਣ ਦਾ ਮਾਣ ਹੈ ਔਰ ਜੋ ਨੀਚ ਮਨ ਹੈ, ਉੱਚੀ ਪਦਵੀ ਔਰ ਨੀਚੀ ਪਦਵੀ ਔਰ ਸਿੰਘੀ ਵਜਾਉਣ ਦੀ ਇੱਛਾ ਮੇਰੇ ਮਨ ਵਿੱਚੋਂ ਚਲੀ ਗਈ ਹੈ। ਬਿੰਬ ਨ ਦਿਖਾਵਾ ਅਹਿਮਾਨ ਕੋ ਵਧਾਵਾ। ਮਹਾਰਾਜ ਹੁਣ ਜੀਵਨ ਦੇ ਅੰਦਰ ਪਖੰਡ ਵਿਖਾਉਣ ਦੀ ਇੱਛਾ ਨਹੀਂ ਰਹੀ ਤੇ ਜਿਹੜਾ ਮਨ ਦਾ ਮਾਣ ਹੈ ਉਹ ਸਾਰਾ ਹੀ ਦੂਰ ਹੋਇਆ ਹੈ। ਦੁੱਖ ਸੁਖ ਕੋ ਮਿਟਾਵਾ ਦੇਵੈਤ ਮਨ ਤੇ ਭਲਾਈ ਹੋ। ਮਹਾਰਾਜ ਜਿਹੜਾ ਦੁੱਖ ਔਰ ਸੁੱਖ ਹੈ ਇਹ ਮਨ ਤੋਂ ਮਿਟ ਚੁੱਕਾ ਹੈ, ਔਰ ਜਿਹੜੀ ਦੁਐਤ ਈਰਖਾ ਦਵੈਸ਼ ਭਾਵਨਾ ਹੈ ਇਹ ਵੀ ਹਿਰਦੇ ਨੇ ਭੁਲਾ ਦਿੱਤੀ ਹੈ। ਔਸਤ ਲਿੰਦਾ ਤਜ ਹੋਇ ਕੇ ਅਚੰਤ ਨਿਤ। ਮਹਾਰਾਜ ਜਿਹੜੀ ਉਸਤਤੀ ਹੈ ਔਰ ਨਿੰਦਾ ਹੈ ਇਹਨੂੰ ਵੀ ਛੱਡ ਦਿੱਤਾ, ਕਿਉਂਕਿ ਕਿਸੇ ਦੀ ਉਸਤਤੀ ਕਰਨੀ ਹੋਵੇ ਨਾ ਉਹਦਾ ਜੀਵਨ ਓਨਾ ਉੱਚਾ ਹੁੰਦਾ ਨਹੀਂ ਜਿੰਨਾ ਉੱਚਾ ਉਸ ਨੂੰ ਕਹਿਣਾ ਪੈਂਦਾ ਹੈ। ਜੇਕਰ ਕਿਸੇ ਦੀ ਨਿੰਦਿਆ ਕਰਨੀ ਹੋਵੇ ਉਹਦੇ ਵਿੱਚ ਇੰਨੀਆਂ ਕਮੀਆਂ ਹੁੰਦੀਆਂ ਨੇ ਜਿੰਨੀਆਂ ਸੰਗਤ ਜੀ ਵਿਖਾਉਣੀਆਂ ਪੈਂਦੀਆਂ। ਇਸ ਲਈ ਜਿਹੜਾ ਘੁੱਗੂ ਨਾਥ ਜੋਗੀ ਕਹਿਣ ਲੱਗਾ ਮਹਾਰਾਜ ਜਿਹੜੀ ਉਸਤਤੀ ਹੈ ਔਰ ਨਿੰਦਾ ਹੈ ਇਹ ਛੱਡ ਦਿੱਤੀ ਹੈ। ਹੋਏ ਗਏ ਅਚਿੰਤ ਨਿਤ
ਮਹਾਰਾਜ ਹੁਣ ਚਿੰਤਾ ਤੋਂ ਰਹਿਤ ਹੋ ਕਰਕੇ ਜੀਵਨ ਬਤੀਤ ਕਰ ਰਹੇ ਹਾਂ। ਗੁਰੂ ਨਾ ਕਹਾਇ ਕੈ ਨਾ ਚੇਲਾ ਪਾਇ ਲਾਇ ਹੋ। ਨਾ ਤਾਂ ਮਹਾਰਾਜ ਹੁਣ ਗੁਰੂ ਕਹਾਉਣ ਦੀ ਇੱਛਾ ਰਹੀ ਹੈ ਤੇ ਨਾ ਹੀ ਕਿਸੇ ਚੇਲੇ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ ਦੀ ਇੱਛਾ ਰਹੀ ਹੈ। ਏਕੰਕਾਰ ਖੇਲ ਸਿਰ ਸ਼ਕਤੀ ਨਾ ਮਿਲ ਕੋ। ਮਹਾਰਾਜ ਇਹ ਜੋ ਸਾਰਾ ਵਰਤਾਰਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਵਰਤ ਰਿਹਾ ਹੈ। ਬੋਲ ਹੋ ਵਿਸਾਰ ਕਰ ਕਛੁ ਨਾ ਅਲਾਈ ਹੋ। ਮਹਾਰਾਜ ਇਸ ਲਈ ਸੰਸਾਰ ਨਾਲ ਦੁਨਿਆਵੀ ਗੱਲਾਂ ਕਰਨੀਆਂ ਛੱਡ ਦਿੱਤੀਆਂ ਨੇ, ਬੋਲਣਾ ਛੱਡ ਦਿੱਤਾ ਹੈ, ਚੁੱਪ ਧਾਰਨ ਕਰ ਲਈ ਹੈ, ਕਿਉਂਕਿ ਜੋ ਹੋ ਰਿਹਾ ਹੈ ਪਰਮੇਸ਼ਰ ਦੇ ਭਾਣੇ ਅੰਦਰ ਹੋ ਰਿਹਾ ਹੈ। ਸਾਰਿਆਂ ਦੇ ਅੰਦਰੋਂ ਪਰਮੇਸ਼ਰ ਨਜ਼ਰ ਆਉਣ ਲੱਗਾ ਹੈ, ਇਸ ਲਈ ਜਿਹੜੀ ਬੋਲਣ ਦੀ ਸ਼ਕਤੀ ਉਹ ਛੱਡ ਦਿੱਤੀ ਹੈ। ਕਬੈਤ ਉਠੇ ਤਬ ਧਾਏ ਕਰ ਚਰਨ ਲਗਾਏ ਮਿਲੇ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਠੇ ਨੇ। ਘੋਗੂ ਨਾਥ ਨੇ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ, ਚਰਨ ਪਰਸੇ ਨੇ। ਸਤਿਗੁਰੂ ਜੀ ਬੜੇ ਪ੍ਰਸੰਨ ਹੋ ਕਰਕੇ ਮਿਲੇ ਨੇ। ਮਿਲੇ ਹਰ ਖਾਏ ਦੋ ਬਹੁ ਸੁਖ ਪਾਏ ਗਏ। ਇੱਕ ਦੂਜੇ ਨੂੰ ਗਲ ਨਾਲ ਲਾਇਆ ਹੈ। ਸਤਿਗੁਰਾਂ ਨੇ ਬਹੁਤਾ ਹੀ ਹਿਰਦੇ ਅੰਦਰ ਪ੍ਰਸੰਨ ਹੋਏ ਨੇ। ਵੈਸੇ ਪੁਰ ਨਾਨਕ ਜੀ ਨਾਨਕ ਨਾਕਰ ਉਜਾਗਰ। ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਜਗ੍ਹਾ ਉੱਪਰ ਪ੍ਰਗਟ ਹੀ ਵਿਰਾਜ ਗਏ ਨੇ। ਜੇ ਬੋਲੇ ਚੰਬਾ ਨਾਥ ਸੰਗ ਮੁਖ ਮੁਸਕਾਈ ਗਏ। ਮਹਾਰਾਜ ਹੁਣ ਕੋਲ ਬੈਠੇ ਚੰਬਾ ਨਾਥ ਜੋਗੀ ਤਾਈ ਬੋਲੇ ਨੇ ਹੱਸ ਕਰਕੇ। ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਚੰਬਾ ਨਾਥ ਕੈਸੀ ਮਤ ਨੂੰ ਤੁਸੀਂ ਗ੍ਰਹਿਣ ਕਰ ਲਿਆ ਹੈ। ਮਹਾਰਾਜ ਹੁਣ ਕੈਸੀ ਮਤ ਨੂੰ ਤੁਸੀਂ ਗ੍ਰਹਿਣ ਕਰ ਲਿਆ ਹੈ ਅਤੇ ਕਿਹੜੀ ਅਵਸਥਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਹੁਣ ਆਪਣੀ ਜਿਹੜੀ ਚੁੱਪ ਹੈ ਇਸ ਨੂੰ ਤੋੜ ਦੇਵੋ, ਚੁੱਪ ਨੂੰ ਦੂਰ ਕਰਕੇ ਬੋਲ ਕੇ ਦੱਸੋ ਜੀ। ਸਭ ਬੋਲੇ ਆਪ ਰਹੇ ਅਨਬੋਲੇ। ਮਹਾਰਾਜ ਕਹਿੰਦੇ, ਚੰਬਾ ਨਾਥ ਸਾਰਿਆਂ ਹੀ ਸਿੱਧਾਂ ਨੇ ਸਾਡੇ ਨਾਲ ਵਚਨ ਵਿਲਾਸ ਕੀਤੇ ਨੇ, ਪਰ ਆਪ ਜੀਆਂ ਨੇ ਕੋਈ ਵਚਨ ਨਹੀਂ ਕੀਤਾ। ਸ਼ੁਰੂ ਤੋਂ ਚੁੱਪ ਧਾਰਨ ਕਰਕੇ ਰੱਖੀ ਹੈ। ਮਨ ਮਾਰਮ ਨਾ ਜਾਣਿਓ ਜਾਏ ਭਾਖਿਓ ਹੈ ਸੁਣਾਏ ਗਏ। ਸਤਿਗੁਰੂ ਜੀ ਕਹਿੰਦੇ, ਏਦਾਂ ਤੇਰਾ ਭੇਦ ਜਾਣਿਆ ਨਹੀਂ ਜਾਂਦਾ, ਸਾਨੂੰ ਬੋਲ ਕੇ ਦੱਸਣਾ ਕਰੋ ਕੈਸੀ ਅਵਸਥਾ ਪ੍ਰਾਪਤ ਹੈ। ਬੋਲੇ ਬੋਲ ਹਾਰ ਕੋ ਤੋਲੇ ਤੋਲ ਹਾਰ ਜੋ। ਕਹਿਣ ਲੱਗਾ, ਮਹਾਰਾਜ ਕੋਈ ਬੋਲਣ ਹਾਰ ਬੋਲੀ ਜਾਂਦਾ, ਕੋਈ ਤੋਲਣ ਵਾਲਾ ਕੁਫਰ ਤੋਲੀ ਜਾਂਦਾ ਹੈ। ਖੇਲੇ ਖੇਲ ਹਾਰ ਨਹੀਂ ਥਮੈ ਕਿਛ ਕਾਜ ਹੈ। ਕੋਈ ਮਸਤੀ ਦੇ ਵਿੱਚ ਆ ਕਰਕੇ ਖੇਡਾਂ ਖੇਡ ਰਿਹਾ ਹੈ। ਜੋ ਕੁਝ ਵੀ ਹੋ ਰਿਹਾ ਹੈ, ਜੋ ਵੀ ਜਿਸ ਦਾ ਜੀ ਕਰਦਾ ਉਹ ਕਰੀ ਜਾਂਦਾ ਹੈ। ਕਹਿਣ ਲੱਗਾ, ਮਹਾਰਾਜ ਨਹੀਂ ਹਮੈ ਕਿਛ ਕਾਜ ਹੈ, ਸਾਨੂੰ ਕਿਸੇ ਨਾਲ ਕੋਈ ਕੰਮ ਨਹੀਂ। ਅਸੀਂ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਹੋਏ ਪ੍ਰੇਮ ਦੇ ਵਿੱਚ ਬੈਠੇ ਹਾਂ। ਕੋਈ ਭਾਵੇਂ ਬੋਲੀ ਜਾਵੇ, ਕੋਈ ਕੁਝ ਤੋਲੀ ਜਾਵੇ, ਕੋਈ ਭਾਵੇਂ ਖੇਡੀ ਜਾਵੇ, ਸਾਨੂੰ ਕਿਸੇ ਨਾਲ ਕੋਈ ਕੰਮ ਨਹੀਂ ਹੈ। ਗਾਵੇ ਗਾਨ ਹਾਰ ਅਟਕਾਵੇ ਅਟਕਾਨ ਹਾਰ। ਕਹਿਣ ਲੱਗਾ, ਮਹਾਰਾਜ ਕੋਈ ਗਾਉਣ ਵਾਲਾ ਗਾ ਰਿਹਾ ਹੈ, ਕੋਈ ਕਿਸੇ ਦੇ ਕੰਮਾਂ ਦੇ ਵਿੱਚ ਅਟਕਣਾ ਪਾਉਣ ਵਾਲਾ ਅਟਕਾ ਪਾ ਰਿਹਾ ਹੈ। ਜਾਵੇ ਜਾਨ ਹਾਰ ਗੁਣ ਭਜ ਹਾਰ ਭਾਜ ਹੈ। ਮਹਾਰਾਜ ਕੋਈ ਆਉਣ ਵਾਲਾ ਆ ਰਿਹਾ ਹੈ, ਜਾਣ ਵਾਲਾ ਜਾ ਰਿਹਾ ਹੈ, ਭੱਜਣ ਵਾਲਾ ਭੱਜ ਰਿਹਾ ਹੈ। ਰਾਵਣ ਨਾ ਰਾਮ ਦੇਵ ਦਾਨਵ ਨਾ ਨਾਮ ਕੋ। ਕਹਿਣ ਲੱਗਾ, ਮਹਾਰਾਜ ਹੁਣ ਸਾਨੂੰ ਨਾ ਤਾਂ ਰਾਵਣ ਦੇ ਵਿੱਚ ਕੋਈ ਭੇਦ ਨਜ਼ਰ ਆਉਂਦਾ ਹੈ ਤੇ ਨਾ ਹੀ ਰਾਮ ਦੇ ਵਿੱਚ। ਨਾ ਹੀ ਤਾਂ ਰਾਮ ਦੀ ਪ੍ਰਾਪਤੀ ਨਾਲ ਖੁਸ਼ੀ ਹੈ ਤੇ ਨਾ ਹੀ ਰਾਵਣ ਨੂੰ ਵੇਖ ਕਰਕੇ ਦੁੱਖ ਹੈ। ਨਾ ਹੀ ਤਾਂ ਰਾਮ ਨੂੰ ਵੇਖ ਕਰਕੇ ਪਰਮੇਸ਼ਰ ਨਜ਼ਰ ਆਉਂਦਾ ਹੈ, ਨਾ ਹੀ ਰਾਵਣ ਨੂੰ ਵੇਖ ਕਰਕੇ ਇਸ ਪ੍ਰਕਾਰ ਕੋਈ ਦੁਖੀ ਦੁਸ਼ਮਣ ਨਜ਼ਰ ਆਉਂਦਾ ਹੈ। ਸਾਨੂੰ ਰਾਮ ਵਿੱਚੋਂ ਅਤੇ ਰਾਵਣ ਵਿੱਚੋਂ ਇੱਕੋ ਪਰਮੇਸ਼ਰ ਨਜ਼ਰ ਆਉਂਦਾ ਹੈ। ਸਤਿਗੁਰੂ ਜੀ, ਸਾਨੂੰ ਇਹਨਾਂ ਅੰਦਰ ਕੋਈ ਭੇਦ ਨਜ਼ਰ ਨਹੀਂ ਆਉਂਦਾ। ਦੇਵ ਦਾਨਵ ਨਾ ਨਾਮ ਕੋ। ਮਹਾਰਾਜ ਦੇਵਤੇ ਵੇਖ ਕਰਕੇ ਔਰ ਦਾਨਵ ਦੇਖ ਦੈਂਤਾ
ਕੋਈ ਵੀ ਫਰਕ ਨਜ਼ਰ ਨਹੀਂ ਆਉਂਦਾ। ਐਸੀ ਅਵਸਥਾ ਪ੍ਰਾਪਤ ਹੋਈ ਹੈ। ਸਾਰਿਆਂ ਦੇ ਵਿੱਚੋਂ ਸਾਨੂੰ ਪਰਮੇਸ਼ਰ ਨਜ਼ਰ ਆਉਂਦਾ ਹੈ। ਏਕ ਹੀ ਕੋ ਖੇਲ ਸਭ ਏਕ ਹੀ ਵਿਰਾਜ ਹੈ। ਕਿਉਂਕਿ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਇਹ ਰਚਨਾ ਉਹਦਾ ਖੇਡ ਹੈ ਤੇ ਸਾਰਿਆਂ ਵਿੱਚ ਉਹੀ ਵਿਰਾਜਦਾ ਹੈ। ਜਿਸੇ ਜੋ ਪਸਾਰਾ ਸਭ ਏਕ ਨਹਿ ਬਿਠਾਰਾ। ਮਹਾਰਾਜ ਜਿੰਨਾ ਵੀ ਸੰਸਾਰ ਉੱਪਰ ਪਸਾਰਾ ਪਸਰਿਆ ਹੋਇਆ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮਾਂ ਅੰਦਰ ਹੈ। ਹਮ ਹਿਰਦੇ ਜੋ ਵਿਚਾਰਾ ਜਾਂਦੇ ਪਾਇਓ ਸੁਖ ਰਾਜ ਹੈ। ਇਸ ਲਈ ਅਸੀਂ ਹਿਰਦੇ ਅੰਦਰ ਵਿਚਾਰ ਕਰਕੇ ਜਿਹੜਾ ਸੁੱਖਾਂ ਦਾ ਰਾਜ ਕਰ ਹੈ ਨਾ ਐਸੇ ਸੁੱਖ ਪ੍ਰਾਪਤ ਕਰ ਲਏ ਨੇ। ਸਾਨੂੰ ਦੁਸ਼ਮਣ ਔਰ ਦੋਸਤ ਅੰਦਰ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਕੋਈ ਭੇਦ ਨਜ਼ਰ ਨਹੀਂ ਆਉਂਦਾ। ਕਬਿਤ ਮਿਲੇ ਹਰ ਖਾਏ ਸੁਖ ਪਾਏ ਸੀਸ ਨਿਆਇ ਕਰ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਐਸੀ ਅਵਸਥਾ ਸੁਣ ਕਰਕੇ ਬੜੇ ਪ੍ਰਸੰਨ ਹੋ ਕਰਕੇ ਸੀਸ ਝੁਕਾ ਕਰਕੇ ਐਸੇ ਸਿੱਧਤਾਈ ਮਿਲੇ ਨੇ। ਭ੍ਰਮ ਕੋ ਮਿਟਾਏ ਲੇਤੇ ਪਏ ਅਖਲਾਪ ਸੋ। ਕਿਉਂਕਿ ਸਾਰੇ ਹੀ ਜਿਹੜੇ ਹਿਰਦੇ ਦੇ ਭਰਮ ਉਹ ਨਾਸ਼ ਹੋ ਚੁੱਕੇ ਨੇ ਜੋਗੀਆਂ ਦੇ। ਇਸ ਪ੍ਰਕਾਰ ਬੜਾ ਪ੍ਰਸੰਨ ਹੋ ਕਰਕੇ ਸਤਿਗੁਰੂ ਜੀ ਚੰਬਾਨਾਥ ਤਾਈ ਮਿਲੇ ਨੇ। ਗੋਪੀ ਚੰਦ ਗੁਰਗੁਨਾਥ ਚੰਬਾਨਾਥ ਮੰਗਲ ਤੇ। ਜਿਹੜੇ ਗੋਪੀ ਚੰਦ ਵਰਗੇ ਮੰਗਲਨਾਥ ਵਰਗੇ ਚੰਬਾਨਾਥ ਵਰਗੇ ਜਿਹੜੇ ਜੋਗੀ ਹਨ ਹਿਰਦੇ ਮੈਂ ਆਨੰਦ ਭਏ ਭਾਖਰੀ ਆਪ ਸੋ। ਇਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਬੜਾ ਆਨੰਦ ਆਇਆ ਹੈ। ਜਿਹੜੇ ਭਗਤਰੀ ਜੋਗੀ ਆਦਿਕ ਹਨ ਨਾ ਸਾਰੇ ਹੀ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋਏ ਨੇ। ਆਖ ਬੰਦ ਕਹੇ ਤੁਮ ਈਸ਼ਰ ਮੁਕੰਦ ਹੋ ਜੀ। ਇਹਨਾਂ ਸਾਰਿਆਂ ਹੀ ਜੋਗੀਆਂ ਨੇ ਜੋ ਪਰਮੇਸ਼ਰ ਨਾਲ ਜੁੜੇ ਨੇ ਹੱਥ ਜੋੜੇ ਨੇ ਸਤਿਗੁਰਾਂ ਤਾਈਂ ਕਹਿਣ ਲੱਗੇ ਮਹਾਰਾਜ ਆਪ ਜੀ ਈਸ਼ਵਰ ਪਰਮੇਸ਼ਰ ਹੋ ਅਤੇ ਮੁਕਤੀ ਦਾਤੇ ਹੋ। ਧਰਾ ਨਿਰੰਜਨ ਸਰੂਪ ਪਰਮਾਤਮ ਸੋ। ਮਹਾਰਾਜ ਆਪ ਜੀਆਂ ਨੇ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਧਾਰਨ ਕੀਤਾ ਹੈ। ਕੀਨੋ ਹੈ ਨਿਹਾਲ ਹਮੈ ਕੀਨੋ ਹੈ ਦੀਦਾਰ ਆਨੰਦ। ਮਹਾਰਾਜ ਤੁਸੀਂ ਸਮੇਰ ਪਰਬਤ ਤੇ ਆ ਕਰਕੇ ਸਾਨੂੰ ਦਰਸ਼ਨ ਬਖਸ਼ੇ ਨੇ। ਸਾਡਾ ਜੀਵਨ ਨਿਹਾਲ ਕੀਤਾ ਹੈ ਜੀ। ਪਾਈ ਬਿਨ ਸੰਸੈ ਗਤ ਤੁਮਰੇ ਪ੍ਰਸਾਦ ਸੋ। ਮਹਾਰਾਜ ਆਪ ਜੀਆਂ ਦੀ ਐਸੀ ਕਿਰਪਾ ਹੋਈ ਬਿਨਾਂ ਸ਼ੰਕੇ ਤੋਂ ਮੁਕਤੀ ਪ੍ਰਾਪਤ ਹੋਈ ਹੈ। ਕਬਿਤ ਕੇਤੇ ਹਰ ਖਾਤ ਭਏ ਕੇਤੇ ਹੀ ਸਮਾਨ ਰਹੇ। ਕਿੰਨੇ ਜੋਗੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਸੰਨ ਹੋ ਕਰਕੇ ਪਰਮੇਸ਼ਰ ਦੇ ਨਾਲ ਜੁੜ ਗਏ ਤੇ ਕਿੰਨੇ ਸਮਾਨ ਬਰਾਬਰ ਰਹੇ। ਜਿਹੜੇ ਗੋਰਖਨਾਥ ਨਾਲੋਂ ਟੁੱਟਦੇ ਨਹੀਂ ਗੋਰਖਨਾਥ ਨੂੰ ਆਪਣਾ ਗੁਰੂ ਮੰਨਦੇ ਨੇ ਤੇ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਜੁੜਦੇ ਨਹੀਂ ਤੇ ਬੁਰਾ ਭਲਾ ਵੀ ਨਹੀਂ ਕਹਿੰਦੇ। ਭਾਵ ਉਹਨਾਂ ਦੀ ਮੱਤ ਬਰਾਬਰ ਰਹੀ ਹੈ। ਕਿਉ ਰਿਸ ਖਾਏ ਮੈਂ ਕ੍ਰੋਧ ਸੋ ਉਚਾਰਿਆ। ਪਰ ਕੁਝ ਕੁ ਜੋਗੀ ਸਨ ਜਿਨ੍ਹਾਂ ਨੇ ਹਿਰਦੇ ਅੰਦਰ ਬੜਾ ਕ੍ਰੋਧ ਹੰਕਾਰ ਧਾਰਨ ਕੀਤਾ ਹੈ ਤੇ ਸਤਿਗੁਰਾਂ ਤਾਈਂ ਗੁੱਸੇ ਨਾਲ ਬੋਲਦੇ ਨੇ। ਦੇਖੈ ਤੇਰੀ ਕਲਾ ਤੂੰ ਤੋ ਬੋਲਤ ਹੈ ਬੋਲ ਉੱਚੇ। ਕਹਿਣ ਲੱਗੇ ਕਿ ਹੁਣ ਤੇਰੀ ਸ਼ਕਤੀ ਪਰਖਾਂਗੇ ਬੋਲ ਤਾਂ ਤੂੰ ਬੜੇ ਉੱਚੇ ਬੋਲਦਾ ਹੈ। ਐਸੇ ਕਹੇ ਕਲਾ ਆਪ ਆਪਣੀ ਵਿਖਾਰਿਆ। ਇਹਦਾ ਕਹਿ ਕਰਕੇ ਜਿਹੜੇ ਸਤਿਗੁਰਾਂ ਦੇ ਨਾਲ ਈਰਖਾ ਕਰਦੇ ਸਨ ਸਿੱਧ ਜੋਗੀ ਆਪਣੀ ਸ਼ਕਤੀ ਵਿਖਾਉਣ ਲੱਗੇ ਨੇ। ਗੋਪੀ ਚੰਦ ਕਹੇ ਸੁਣ ਮੰਗਲ ਮਹਾਨ ਜੋਗੀ। ਉਹਨਾਂ ਦੀਆਂ ਗੱਲਾਂ ਸੁਣ ਕਰਕੇ ਸੰਤ ਬਿਰਤੀ ਵਾਲਾ ਗੋਪੀ ਚੰਦ ਜਿਹੜਾ ਜੋਗੀ ਕਹਿਣ ਲੱਗਾ ਮੰਗਲਨਾਥ ਜੀ ਆਪ ਜੀ ਸਾਰਿਆਂ ਜੋਗੀਆਂ ਦੇ ਵਿੱਚੋਂ ਬੜੇ ਮਹਾਨ ਹੋ। ਕਰੇ ਬਾਦ ਮੰਦ ਮਤ ਭੇਦ ਨਾ ਵਿਚਾਰਿਆ। ਜਿਹੜੇ ਆਪਣੇ ਨਾਲ ਦੇ ਸਾਥੀ ਹਨ ਜਿਨ੍ਹਾਂ ਦੀ ਭੈੜੀ ਮੱਤ ਹੈ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਵੇਖੋ ਵਿਆਹ ਹੀ ਝਗੜਾ ਕਰਨ ਲੱਗੇ ਨੇ। ਵਚਨ ਵਿਚਾਰ ਕੇ ਵਿਚਾਰਤ ਨਾ ਸੁਣੇ ਸਰੋਨ। ਸਤਿਗੁਰਾਂ ਨੂੰ ਕੀ ਬੋਲਣਾ ਹੈ ਵਿਚਾਰ ਕੇ ਬੋਲਦੇ ਨਹੀਂ ਤੇ ਜੋ ਸਤਿਗੁਰੂ ਜੀ ਆਪਣੇ ਕਬਲ ਸ਼ਰੀਕੇ ਮੁਖ ਤੋਂ ਬਚਨ ਕਹਿੰਦੇ ਨੇ ਉਹ ਵੀ ਆਪਣੇ ਹਿਰਦੇ ਅੰਦਰ ਵਿਚਾਰਦੇ ਰਹੇ। ਬਾਜੀਗਰ ਰੀਤ ਕੇਵ ਗੀਤ ਉਰ ਧਾਰਿਆ। ਇਸ ਪ੍ਰਕਾਰ ਐਸੀ
ਐਸੀ ਇਹਨਾਂ ਨੇ ਰੀਤ ਮਰਿਆਦਾ ਨੂੰ ਧਾਰਨ ਕਰ ਲਿਆ ਹੈ ਕਿ ਸਤਿਗੁਰਾਂ ਦੇ ਨਾਲ ਵਿਅਰਥ ਹੀ ਦੁਸ਼ਮਣੀ ਕਰਦੇ ਨੇ। ਸੂਰਖਾ ਬੋਲਿਓ ਮੰਗਲਨਾਥ। ਇਸ ਪ੍ਰਕਾਰ ਮੰਗਲਨਾਥ ਗੋਪੀ ਚੰਦ ਤਾਈਂ ਬੋਲਿਆ ਹੈ। ਜੋ ਕਛ ਕਰਤ ਹੈ ਕਰਨ ਦੇਹੋ। ਕਿ ਗੋਪੀ ਚੰਦ ਜੀ ਇਹਨਾਂ ਦਾ ਕੋਈ ਵੀ ਜ਼ੋਰ ਨਹੀਂ ਚੱਲੇਗਾ, ਜੋ ਕੁਝ ਕਰਦੇ ਨੇ ਇਹਨਾਂ ਨੂੰ ਕਰ ਲੈਣ ਦਿਓ। ਸਭ ਦੇ ਵੱਡ ਜਗਨਨਾਥ। ਕਿਉਂਕਿ ਸਾਰਿਆਂ ਤੋਂ ਵੱਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਕਹੇ ਮਾਨ ਕੋ ਹਨ ਮਨ। ਦੇਖਿਓ ਕਾਲ ਦੇ ਵਿੱਚ ਇਹਨਾਂ ਦੇ ਮਨ ਦਾ ਜੋ ਹੰਕਾਰ ਉਹ ਨਾਸ਼ ਕਰ ਦੇਣਗੇ। ਬਿਦ ਇਨ ਦਿਨ ਲਗ ਸੋ ਹਾਰੇ ਕਿਤ ਬਿਦ ਨਹੀਂ। ਗੁਰੂ ਨਾਨਕ ਇਹਨਾਂ ਤੋਂ ਸ਼ਕਤੀ ਦੇ ਵਿੱਚ ਗਿਆਨ ਦੇ ਵਿੱਚ ਛੋਟਾ ਨਹੀਂ, ਜੋ ਇਹਨਾਂ ਤੋਂ ਹਾਰ ਜਾਵੇਗਾ। ਲੱਜਤ ਹਵੇ ਹਟੈ ਸਭ ਮਨ ਹੈ ਬਸੇਖੇ। ਦੇਖਿਓ ਜਿਹੜੇ ਹੰਕਾਰੀ ਸਿੱਧ ਹਨ ਸ਼ਰਮਸਾਰ ਹੋ ਕਰਕੇ ਆਪਣੇ ਆਪ ਪਿੱਛੇ ਹਟਣਗੇ। ਬਲ ਕੋ ਲਗਾਏ ਬਾਣ ਬਾਹਨ ਚਲਾਏ। ਇਸ ਪ੍ਰਕਾਰ ਇਹ ਪੂਰਾ ਜ਼ੋਰ ਲਾ ਕਰਕੇ ਆਪਣੀ ਸ਼ਕਤੀ ਦੇ ਤੀਰ ਛੱਡਣਗੇ। ਜੈਸੇ ਤੈਸੇ ਗੋਪੀ ਚੰਦ ਤੁਮ ਕੌਤ ਕੋ ਦੇਖੇ। ਇਸ ਪ੍ਰਕਾਰ ਜਿਵੇਂ ਤੀਰ ਨੂੰ ਪਹਾੜ ਵੱਲ ਛੱਡੀਏ, ਤੀਰ ਦਾ ਕੁਝ ਰਹਿੰਦਾ ਨਹੀਂ ਤੇ ਪਹਾੜ ਦਾ ਪੱਥਰ ਦਾ ਕੁਝ ਵਿਗੜਦਾ ਨਹੀਂ। ਮੰਗਲਨਾਥ ਕਹਿਣ ਲੱਗਾ ਗੋਪੀ ਚੰਦ ਵੇਖਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਦਾ ਪਹਾੜ ਹਨ ਤੇ ਇਹਨਾਂ ਦੇ ਜੋ ਸ਼ਕਤੀਆਂ ਦੇ ਤੀਰ ਹਨ, ਜਿਵੇਂ ਪਹਾੜ ਦਾ ਤੀਰ ਕੁਝ ਵਿਗਾੜ ਨਹੀਂ ਸਕਦੇ, ਇਹਨਾਂ ਦੀਆਂ ਸ਼ਕਤੀਆਂ ਗੁਰੂ ਨਾਨਕ ਦਾ ਕੁਝ ਨਹੀਂ ਵਿਗਾੜ ਸਕਦੀਆਂ। ਆਪ ਜੀ ਬੈਠ ਕਰਕੇ ਇਹਨਾਂ ਸਿੱਧਾਂ ਦੇ ਤੇ ਗੁਰੂ ਨਾਨਕ ਦੇਵ ਜੀਆਂ ਦੇ ਕੌਤਕ ਵੇਖੋ ਜੀ। ਭੰਗਰ ਸੁਰਤ ਸਿੱਧ ਝੰਗਰ ਨਿਤ ਸਿੱਧ। ਇਸ ਪ੍ਰਕਾਰ ਈਰਖਾ ਦੇ ਵਿੱਚ ਆ ਕਰਕੇ ਜਿਹੜਾ ਭੰਗਰ ਸੁਰਤ ਸਿੱਧ ਹੈ ਔਰ ਝੰਗਰ ਨਿਰਤ ਸਿੱਧ ਹੈ। ਲੰਗਰ ਕੰਤ ਸੰਭੂਨਾਥ ਕੇਤੇ ਲਿਖੇ। ਇੱਕ ਲੰਗਰ ਨਾਮ ਦਾ ਜੋਗੀ ਹੈ, ਇੱਕ ਕਣਕ ਨਾਮ ਦਾ ਜੋਗੀ ਹੈ ਔਰ ਬਹੁਤੀ ਈਰਖਾ ਕਰਨ ਵਾਲਾ ਸ਼ੰਭੂਨਾਥ ਜਾਣ ਲਵੋ ਜੀ। ਹਿਰਦੇ ਸਿਖਾਈ ਬਿਰਗਾਨੀ ਤੇ ਉਡਾਈ ਸਭ। ਇਹਨਾਂ ਨੇ ਹਿਰਦੇ ਅੰਦਰ ਬਹੁਤਾ ਗੁੱਸਾ ਧਾਰਨ ਕੀਤਾ ਹੈ। ਜਿਨ੍ਹਾਂ ਆਸਨਾਂ ਦੇ ਉੱਪਰ ਹਿਰਨ ਦੀਆਂ ਖੱਲਾਂ ਦੇ ਉੱਪਰ ਬੈਠੇ ਨੇ ਸਾਰਿਆਂ ਨੇ ਅਸਮਾਨ ਵਿੱਚ ਉਡਾਉਣੀਆਂ ਕੀਤੀਆਂ ਨੇ। ਕਾਹਨੇ ਬਿਰਾਗਨ ਚਲਾਈ ਨਭ ਵੇਖੇ। ਤੇ ਕਿਸੇ ਨੇ ਆਪਣੇ ਹੱਥਾਂ ਵਿੱਚ ਫੜੀ ਹੋਈ ਲੱਕੜ ਦੀ ਬਿਰਾਗਨ ਅਸਮਾਨ ਵੱਲ ਚਲਾਈ ਹੈ। ਸਿੰਗੀ ਕੋ ਬਜਾਏ ਹੱਥ ਤਿਆਗ ਕੇ ਭਰਮਾਏ ਡੰਡਾ। ਕਿਸੇ ਨੇ ਸਿੰਗੀ ਜੋ ਸਾਜ਼ ਉਸ ਨੂੰ ਉੱਚੀ ਉੱਚੀ ਵਜਾਉਣਾ ਕੀਤਾ ਹੈ, ਬਿਗਲ ਵਜਾਉਣੀ ਕੀਤੀ ਹੈ। ਹੱਥ ਤਿਆਗ ਕੇ ਭਰਮ ਡੰਡਾ, ਕਿਸੇ ਨੇ ਹੱਥ ਵਿੱਚ ਫੜਿਆ ਹੋਇਆ ਡੰਡਾ ਭਰਮ ਕਰਕੇ ਅਸਮਾਨ ਵੱਲ ਸੁੱਟਿਆ ਹੈ। ਸੋਚ ਸਭ ਆਪਣੀ ਆਕਾਸ਼ ਮੈਂ ਉਡਾਈਆ। ਤੇ ਆਪਣੀਆਂ ਸ਼ਕਤੀਆਂ ਦੇ ਨਾਲ ਜਿੰਨੀ ਵੀ ਇਹਨਾਂ ਕੋਲ ਸਮਗਰੀ ਸੀ ਨਾ, ਸਾਰੀ ਇਹਨਾਂ ਨੇ ਗੁਰੂ ਨਾਨਕ ਦੇਵ ਜੀਆਂ ਦੇ ਸੀਸ ਉੱਪਰ ਅਸਮਾਨ ਵੱਲ ਉਡਾਉਣੀ ਕੀਤੀ ਹੈ। ਕਿਸੇ ਨੇ ਕੰਨਾਂ ਦੀਆਂ ਕੱਚ ਦੀਆਂ ਮੁੰਦਰਾਂ ਤੇ ਕਿਸੇ ਨੇ ਭੀਖ ਮੰਗਣ ਵਾਲਾ ਠੂਠਾ ਅਸਮਾਨ ਵਿੱਚ ਉਡਾਇਆ ਹੈ। ਜੇਤੋ ਜੋਰ ਤੇਤੋ ਤਹਾਂ ਸਭ ਲਾਇਆ। ਜਿੰਨਾ ਜਿਸ ਜੋਗੀ ਵਿੱਚ ਜ਼ੋਰ ਸੀ ਸਾਰਿਆਂ ਨੇ ਜ਼ੋਰ ਲਾ ਕਰਕੇ ਆਪਣੀਆਂ ਸ਼ਕਤੀਆਂ ਵਰਤੀਆਂ ਨੇ। ਅਸਮਾਨ ਵਿੱਚ ਇਹਨਾਂ ਵੱਲੋਂ ਉਡਾਈਆਂ ਚੀਜ਼ਾਂ ਛੁੱਟਦੀਆਂ ਫਿਰਦੀਆਂ ਨੇ। ਹਿਰਦੇ ਗਰਭਾਏ ਵਿੱਚ ਸਖਤ ਲਗਾਏ ਸਿੱਧ। ਹਿਰਦੇ ਅੰਦਰ ਬੜਾ ਮਾਣ ਕਰਦੇ ਨੇ, ਆਪਣੀ ਸਾਰੀ ਸ਼ਕਤੀ ਲਾ ਰਹੇ ਨੇ। ਪੰਖੀ ਜਿਉਂ ਫਿਰਤ ਅਸਮਾਨ ਰਹਿਓ ਛਾਈਆ। ਜਿਵੇਂ ਅਸਮਾਨ ਵਿੱਚ ਸੰਗਤ ਜੀ ਪੰਛੀ ਉੜਦੇ ਫਿਰਦੇ ਨੇ ਨਾ, ਏਦਾਂ ਇਹਨਾਂ ਵੱਲੋਂ ਜੋ ਆਪਣੀ ਸਮਗਰੀ ਡੰਡੇ ਆਦਿਕ ਜੋ ਚੀਜ਼ਾਂ ਹਨ, ਭੀਖ ਮੰਗਣ ਵਾਲੇ ਟੂਠੇ ਨੇ, ਆਸਣ ਵਾਲੀ ਜੋ ਮ੍ਰਿਗਸ਼ਾਲਾ ਹੈ, ਆਦਿਕ ਜੋ ਬਿਰਾਗਣਾ ਹਨ, ਇਹ ਸਾਰੀਆਂ ਅਸਮਾਨ ਵਿੱਚ ਪੰਛੀਆਂ ਵਾਂਗ ਉਡਾਈਆਂ ਨੇ। ਨਾਨਕ ਜੀ ਦੂਸਰੋਂ ਕੋ ਧਾਰ ਕਰ ਬੈਸ ਰਹੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਚੁੱਪ ਨੂੰ ਧਾਰਨ ਕਰਕੇ ਬੈਠੇ ਨੇ। ਵੇਖ
ਵੇਖ ਰਹੇ ਨੇ। ਦੇਖਤ ਤਮਾਸੇ ਪੈ ਨਾ ਵਾਕ ਕੋ ਅਲਾਈਆ। ਗੁਰੂ ਨਾਨਕ ਦੇਵ ਜੀ ਕੁਝ ਵੀ ਨਹੀਂ ਬੋਲ ਰਹੇ, ਕੋਈ ਬਚਨ ਨਹੀਂ ਕਰਦੇ, ਮਹਾਰਾਜ ਇਹਨਾਂ ਦੇ ਤਮਾਸ਼ੇ ਨੂੰ ਵੇਖ ਰਹੇ ਨੇ। ਜਾਣਿਓ ਸਭ ਸਹਿਤ ਅਬ ਕਰਿਓ ਗੁਰਮਾਹੇ ਏਕੋ। ਤੇ ਸਾਰੇ ਜਿਹੜੇ ਸਿੱਧ ਹਨ ਨਾ, ਜੋ ਸਤਿਗੁਰਾਂ ਦੇ ਨਾਲ ਕੀਰਤਾਂ ਕਰ ਰਹੇ ਨੇ, ਸ਼ਕਤੀਆਂ ਵਿਖਾ ਰਹੇ ਨੇ, ਆਪਣੇ ਮਨ ਹੀ ਮਨ ਵਿੱਚ ਜਾਣ ਰਹੇ ਨੇ ਕਿ ਲੱਗਦਾ ਗੁਰੂ ਨਾਨਕ ਦੇਵ ਜੀ ਸਾਡੀਆਂ ਸ਼ਕਤੀਆਂ ਵੇਖ ਕੇ ਡਰ ਗਏ ਨੇ। ਤੁਮਨੇ ਕਰ ਭਾਈ ਚਾਹੇ ਚਿੱਤ ਮੈਂ ਬਿਠਾਇਓ ਹੈ। ਇਹ ਸੋਚ ਸੋਚ ਕੇ ਹੰਕਾਰ ਦਾ ਚਾਅ ਆਪਣੇ ਹਿਰਦਿਆਂ ਅੰਦਰ ਦੂਣਾ ਵਧਾਇਆ ਹੈ। ਆਏ ਕੇ ਨਿਕਟ ਬੋਲੇ ਬਚਨ ਬਿਕ ਤਬ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਨੇੜੇ ਆ ਕਰਕੇ ਸਾਰੇ ਹੀ ਸਿੱਧ ਬੜੇ ਟੇਢੇ ਬੜੇ ਡਰਾਉਣ ਵਾਲੇ ਬਚਨ ਕਰਨ ਲੱਗੇ ਨੇ। ਦੇਖ ਸਭ ਸਿੱਧਨ ਕੀ ਸਹਿਤ ਜੋ ਲਗਾਇਓ ਹੈ। ਕਹਿਣ ਲੱਗੇ ਵੇਖਿਆ ਕਿੰਨੀ ਸਿੱਧਾਂ ਦੇ ਵਿੱਚ ਸ਼ਕਤੀ ਹੈ, ਆਪ ਜੀ ਵੇਖ ਰਹੇ ਹਾਂ। ਸੀਖ ਲੈਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ। ਇਸ ਪ੍ਰਕਾਰ ਕੁਝ ਜੋਗੀ ਕਹਿਣ ਲੱਗੇ ਸਾਡੀ ਸਿੱਖਿਆ ਅਪਣਾ ਲਵੋ, ਜੋਗ ਮਤ ਅਪਣਾ ਲਵੋ, ਤੁਹਾਡੇ ਨੇੜ ਬੈਠ ਕੇ ਤੁਹਾਨੂੰ ਸਿੱਖਿਆ ਦੇਵਾਂਗੇ। ਤਪਾ ਕੋ ਕਹਾਈ ਜਗ ਵਿਦਿਆ ਕਰਵਾਇਓ ਹੈ। ਤੇ ਤੁਸੀਂ ਬੜਾ ਮਾਣ ਕਰਦੇ ਹੋ, ਬੜਾ ਗੁਰੂ ਨਾਨਕ ਤਪਾ ਭਗਤੀ ਵਾਲਾ ਉੱਤਮ ਪੁਰਸ਼ ਅਖਵਾਉਂਦੇ ਹੋ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ। ਸ਼ੰਭੂ ਨਾਥ ਕਹਿਣ ਲੱਗਾ ਤੈਨੂੰ ਬੜੀ ਵਾਰ ਸਮਝਾਇਆ ਸੀ ਗੁਰੂ ਨਾਨਕ, ਪਰ ਤੂੰ ਇੱਕ ਨਹੀਂ ਮੰਨੀ। ਅਬ ਦੇਖੀ ਕਰਾ ਮਾਤ ਤੋਹੇ ਪੂਸਨ ਕਰਾਇਓ ਹੈ। ਔਰ ਸਾਡੀਆਂ ਕਰਾਮਾਤਾਂ ਵੇਖ ਕਰਕੇ ਤੂੰ ਚੁੱਪ ਨੂੰ ਧਾਰਨ ਕੀਤੀ ਹੈ, ਵੇਖਿਆ ਤੈਨੂੰ ਕਿਵੇਂ ਚੁੱਪ ਕਰਵਾਇਆ ਹੈ। ਅਗਮੂਲੋ ਸਿੱਧ ਵੇਖ ਲਿਖੋ ਨਿਰਵਾਰੋ ਹੱਥ। ਜੋਗੀ ਕਹਿਣ ਲੱਗੇ ਹਲੇ ਵੀ ਗੁਰੂ ਨਾਨਕ ਤੇਰੇ ਕੋਲ ਸਮਾਂ ਹੈ, ਜੋਗ ਮਤ ਅਪਣਾ ਲੈ, ਆਪਣੀ ਜੋ ਭਗਤੀ ਸ਼ਕਤੀ ਤਿਆਗ ਦੇਵੋ। ਗੋਰਖ ਕੇ ਚੇਲੇ ਹੋਏ ਮੁੰਡਾ ਕਾਨ ਪਾਈਏ। ਗੋਰਖਨਾਥ ਦੇ ਚੇਲੇ ਬਣ ਜਾਵੋ, ਕੰਨ ਪੜਵਾ ਕੇ ਮੁੰਦਰਾਂ ਪਾ ਲਵੋ ਜੀ। ਸਭ ਕੇ ਸਮਾਨ ਬਨ ਜੋਗ ਕੋ ਨਿਧਾਨ ਹੋਵੋ। ਸਾਡੇ ਵਾਂਗ ਰਹਿਣਾ ਸਹਿਣਾ ਕਰੋ, ਸਾਡੇ ਸਮਾਨ ਹੋ ਜਾਵੋ, ਜੋਗ ਮਤ ਦਾ ਜੋ ਖਜ਼ਾਨਾ ਅਪਣਾ ਲਵੋ। ਬਚਨ ਕੋ ਮਾਨ ਕੇ ਭੂਤ ਤਨ ਲਾਈਏ। ਸਾਡਿਆਂ ਬਚਨਾਂ ਨੂੰ ਮਨ ਕਰਕੇ ਸਰੀਰ ਦੇ ਉੱਪਰ ਜਿਹੜੀ ਵਿਭੂਤੀ ਸਵਾਹ ਹੈ ਉਸ ਨੂੰ ਮਰਣਾ ਕਰੋ ਜੀ। ਜਰਾ ਦੁਖ ਜਾਹੇ ਰਹੋ ਸਿੱਧਨ ਕੇ ਮਾਹੇ ਸਦਾ। ਇਸ ਪ੍ਰਕਾਰ ਕਰਨ ਦੇ ਨਾਲ ਜਿਹੜਾ ਬੁਢਾਪੇ ਦਾ ਡਰ ਹੈ ਉਹ ਦੂਰ ਹੋ ਜਾਵੇਗਾ। ਹਮੇਸ਼ਾ ਸਿੱਧਾਂ ਦੇ ਵਿੱਚ ਸਮੇਰ ਪਰਬਤ ਤੇ ਰਹਿਣਾ ਕਰਿਓ। ਕਲਾਵੰਤ ਹੋਏ ਕੇ ਜੱਟ ਤੇ ਪੁਜਾਈਏ। ਤੇ ਸੰਸਾਰ ਦੇ ਵਿੱਚ ਬੜੇ ਸ਼ਕਤੀ ਵਾਲੇ ਬਣ ਜਾਵੋਗੇ, ਸਾਰਾ ਸੰਸਾਰ ਆਪ ਜੀਆਂ ਦੀ ਪੂਜਾ ਕਰੇਗਾ। ਖੇਤੋ ਇਲ ਹੋਏ ਨਾ ਤੋ ਸਖਤ ਦਿਖੇ ਤਬ। ਇਸ ਪ੍ਰਕਾਰ ਜਾਂ ਤਾਂ ਸਾਡੇ ਚੇਲੇ ਬਣ ਜਾਵੋ, ਜਾਂ ਫਿਰ ਕੋਈ ਸਾਡੇ ਵਾਂਗ ਆਪਣੀ ਸ਼ਕਤੀ ਵਿਖਾਵੋ ਜੀ। ਦੋਵੇਂ ਏਕ ਨਿਤ ਪ੍ਰਾਨ ਕੋ ਬਚਾਈਏ। ਇਹਨਾਂ ਦੋਹਾਂ ਦੇ ਵਿੱਚੋਂ ਇੱਕ ਗੱਲ ਕਰ ਦੇਵੋ, ਜਾਂ ਤਾਂ ਸਾਡੇ ਚੇਲੇ ਬਣ ਜਾਵੋ, ਜਾਂ ਫਿਰ ਸ਼ਕਤੀ ਕੋਈ ਦਿਖਾ ਦੇਵੋ, ਫਿਰ ਆਪ ਜੀਆਂ ਦੇ ਪ੍ਰਾਣ ਬਚ ਸਕਦੇ ਨੇ। ਸੁਨੇ ਅਸ ਬੈਨ ਮੁਸਕਾਨੇ ਗਤ ਦੇਨ। ਸਿੱਧਾਂ ਦੇ ਇਦਾਂ ਦੇ ਬਚਨ ਸੁਣ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮੁਕਤੀ ਦਾਤੇ ਹੱਸੇ ਨੇ। ਸਭ ਸਖਤ ਕੇ ਐਨ ਬੋਲੇ ਸਹਿਜ ਸੁਭਾਏ ਕੈ। ਸਾਰੀਆਂ ਹੀ ਸ਼ਕਤੀਆਂ ਦੇ ਘਰ ਗੁਰੂ ਨਾਨਕ ਦੇਵ ਜੀ ਪਵਿੱਤਰ ਮੁਖ ਤੋਂ ਬੋਲੇ ਨੇ। ਕੌਸ ਤੂੰ ਹਮਾਰੀ ਅਬ ਹੋਈਏ ਆਕਾਸ਼ ਚਾਰੀ। ਜਿਸ ਸਮੇਂ ਉਹਨਾਂ ਦੀਆਂ ਸ਼ਕਤੀਆਂ ਅਸਮਾਨ ਦੇ ਵਿੱਚ ਸ਼ੁੱਭਦੀਆਂ ਫਿਰਦੀਆਂ ਸਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਪਣੀ ਚਰਨ ਦਾਸੀ ਜੋ ਪੈਰਾਂ ਦਾ ਜੋੜਾ ਹੈ, ਖੜਾਵ ਹੈ, ਉਹਦੇ ਤਾਈਂ ਕਹਿਣਾ ਕੀਤਾ ਹੈ ਕਿ ਤੂੰ ਸਾਡੀ ਚਰਨ ਦਾਸੀ ਹੈ। ਆਨ ਤੂੰ ਉਤਾਰੀ ਨਿਜ ਬਾਲ ਵਿਖਰਾਏ ਕੈ। ਇਸ ਪ੍ਰਕਾਰ ਤੂੰ ਸਾਡੀ ਚਰਨ ਦਾਸੀ ਹੈ, ਅਬ ਹੋਈਏ ਆਕਾਸ਼ ਚਾਰੀ। ਚਲੋ ਸਾਡੇ ਪੈਰਾਂ ਦੇ ਜੋੜੇ ਅਸਮਾਨ ਵਿੱਚ ਉੱਡਣਾ ਕਰੋ, ਇਹਨਾਂ ਦੀਆਂ ਸਾਰੀਆਂ ਸ਼ਕਤੀਆਂ ਥੱਲੇ ਉਤਾਰ ਲਿਆਵੋ ਜੀ।
ਸੁਨੇ ਜਬ ਬਾਕ ਤਤਕਾਲ ਅਸਮਾਨ ਗਈ। ਜਦੋਂ ਚਰਨਾਂ ਦੀ ਖੜਾਵਣ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸੁਣੇ, ਉਸੇ ਸਮੇਂ ਅਸਮਾਨ ਵੱਲ ਉੱਡੀ ਹੈ ਤੇ ਸਾਰੀਆਂ ਸ਼ਕਤੀਆਂ ਨੂੰ ਇਸ ਪ੍ਰਕਾਰ ਗੁਲਤਾਨ ਕਰ ਦਿੱਤਾ ਹੈ। ਸਿੱਧਨ ਕੀ ਸੱਤਾ ਜੋ ਦਈ ਵਿੱਚ ਲਾਇ ਗਏ। ਸਾਰੀਆਂ ਹੀ ਸਿੱਧਾਂ ਦੀਆਂ ਸ਼ਕਤੀਆਂ ਨੂੰ ਖੰਡਾ ਦਿੱਤਾ ਹੈ, ਇਸ ਪ੍ਰਕਾਰ ਵੱਖਰਾ ਵੱਖਰਾ ਕੀਤਾ ਹੈ। ਜੈਸੇ ਹਮੇ ਬਟੇਰਾ ਕਹੇ ਪਾਛੇ ਬਾਜ ਛੋਰਾ। ਕਵੀ ਜੀ ਕਹਿੰਦੇ ਜਿਵੇਂ ਬਟੇਰਾ ਅਸਮਾਨ ਵਿੱਚ ਉੱਡਦਾ ਹੋਵੇ ਤੇ ਸ਼ਿਕਾਰੀ ਉਹਦੇ ਪਿੱਛੇ ਬਾਜ ਛੱਡ ਦੇਵੇ ਨਾ, ਏਦਾਂ ਬਟੇਰੇ ਵਾਂਗ ਇਹਨਾਂ ਦੀਆਂ ਸ਼ਕਤੀਆਂ ਅਸਮਾਨ ਵਿੱਚ ਉੱਡਦੀਆਂ ਸਨ। ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਚਰਨਾਂ ਦੀ ਖੜਾਮ ਬਾਜ ਵਾਂਗ ਅਸਮਾਨ ਵੱਲ ਭੇਜੀ ਹੈ। ਜੈਸੇ ਤਰੇ ਸਭ ਕਰੇ ਰਹੀ ਉੱਪਰ ਸਹਾਇ ਤੇ ਕੇ। ਸਾਰੀਆਂ ਸ਼ਕਤੀਆਂ ਨੂੰ ਕੱਲੇ ਕੱਲੇ ਨੂੰ ਕਰ ਕਰਕੇ ਥੱਲੇ ਸੁੱਟਿਆ ਹੈ, ਰੱਦੀਆਂ ਸਿੱਧੀਆਂ ਨੂੰ, ਤੇ ਉੱਪਰ ਅਸਮਾਨ ਵਿੱਚ ਸਤਿਗੁਰਾਂ ਦਾ ਜੋੜਾ ਸੋਭ ਰਿਹਾ ਹੈ। ਕਬਿਤ ਕਾਇਰ ਕੈ ਸੂਰ ਔਰ ਕੁਰੰਗ ਸਾਰ ਦੂਰ ਜੈਸੇ। ਕਵੀ ਜੀ ਕਹਿੰਦੇ ਜਿਵੇਂ ਕਾਇਰ ਦੇ ਉੱਪਰ ਸੂਰਮਾ ਟੁੱਟ ਕੇ ਪੈਂਦਾ ਹੈ, ਹਿਰਨ ਦੇ ਉੱਪਰ ਸ਼ੇਰ ਇਸ ਪ੍ਰਕਾਰ ਝਪਟ ਮਾਰਦਾ ਹੈ। ਹੋਏ ਨਾ ਕੂਦਾ ਪੇ ਖੰਡਪਤ ਜਾਤ ਹੈ। ਜਿਵੇਂ ਧਰਤੀ ਦੇ ਉੱਪਰ ਅਨੇਕਾਂ ਹੀ ਸੱਪ ਨਿਕਲੇ ਹੋਣ ਤੇ ਪੰਛੀਆਂ ਦਾ ਰਾਜਾ ਜੋ ਗਰੜ ਪੰਛੀ ਹੈ, ਉਹ ਸੱਪਾਂ ਉੱਪਰ ਟੁੱਟ ਕੇ ਪੈਂਦਾ ਹੈ। ਲਛ ਪਰ ਬਾਣ ਅਗਿਆਨ ਪੈਸੋ ਗਿਆਨ ਜੈਸੇ। ਜਿਵੇਂ ਆਪਣੇ ਨਿਸ਼ਾਨੇ ਵੱਲ ਤੀਰ ਜਾਂਦਾ ਹੈ, ਜਿਵੇਂ ਅਗਿਆਨ ਦੇ ਉੱਪਰ ਗਿਆਨ ਭਾਰੀ ਹੁੰਦਾ ਹੈ, ਇਸ ਤਰ੍ਹਾਂ ਇਹਨਾਂ ਦੀਆਂ ਰਿੱਧੀਆਂ ਸਿੱਧੀਆਂ ਦੇ ਉੱਪਰ ਸਿੱਧਾਂ ਦੀਆਂ ਸ਼ਕਤੀਆਂ ਉੱਪਰ ਸਤਿਗੁਰਾਂ ਦਾ ਇੱਕ ਜੋੜਾ ਹੀ ਭਾਰੀ ਹੈ। ਕਰਨਾ ਨਿਧਾਨ ਸਤ ਦੋਠੀ ਪੈਦ ਸਾਥ ਹੈ। ਜਿਵੇਂ ਸੰਤਾਂ ਦੀਆਂ ਦੋਖੀਆਂ ਨੂੰ ਆ ਕਰਕੇ ਪਰਮੇਸ਼ਰ ਮਾਤ ਪਾਉਂਦਾ ਹੈ, ਏਦਾਂ ਇਸ ਪ੍ਰਕਾਰ ਸਤਿਗੁਰਾਂ ਦੇ ਚਰਨ ਦਾਸੀ ਸਤਿਗੁਰਾਂ ਦੇ ਖੜਾਮ ਇਹਨਾਂ ਦੀਆਂ ਸ਼ਕਤੀਆਂ ਨੂੰ ਮਾਰ ਪਾ ਰਹੀ ਹੈ। ਪਾਪਨ ਪੈ ਨਾਮ ਜਾਪ ਦਵੈਤ ਪੈ ਭਗਤ ਜੈਸੇ। ਜਿਵੇਂ ਪਾਪਾਂ ਦੇ ਉੱਪਰ ਨਾਮ ਦਾ ਜ਼ੋਰ ਚੱਲਦਾ ਹੈ, ਬੰਦਗੀ ਦਾ ਜ਼ੋਰ ਚੱਲਦਾ ਹੈ, ਜਿਵੇਂ ਦਵੈਸ਼ ਈਰਖਾ ਭਾਵਨਾ ਦੇ ਉੱਪਰ ਭਗਤੀ ਦਾ ਜ਼ੋਰ ਚੱਲਦਾ ਹੈ। ਆਜਾ ਕੇ ਨਿਕਟ ਪ੍ਰੇਕ ਜਾਨ ਨ ਦਰਤ ਹੈ। ਜਿਵੇਂ ਬੈਠੇ ਹੋਏ ਬਘਿਆੜ ਦੇ ਨਜ਼ਦੀਕ ਬੱਕਰੀਆਂ ਨਹੀਂ ਜਾਂਦੀਆਂ ਹਨ, ਏਦਾਂ ਬਘਿਆੜ ਦੀ ਨਿਆਈ ਸਤਿਗੁਰਾਂ ਦੀ ਚਰਨ ਜੋੜਾ ਜੋ ਖੜਾਮ ਉੱਪਰ ਉੱਡ ਰਹੀ ਹੈ, ਤੇ ਬੱਕਰੀ ਵਾਂਗ ਸਹਿਮ ਕਰਕੇ ਸਾਰੀਆਂ ਸ਼ਕਤੀਆਂ ਬੈਠ ਗਈਆਂ ਨੇ, ਖੜਾਮ ਦੇ ਨਜ਼ਦੀਕ ਜਾਣ ਦੀ ਹਿੰਮਤ ਨਹੀਂ ਕਰਦੀਆਂ। ਜੈਸੇ ਕੌਸ ਧਾਲੇ ਵਿੱਚ ਲਾਏ ਕੈ ਸਖਤ ਸਭ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਖੜਾਮ ਨੇ ਇਹਨਾਂ ਸਾਰੀਆਂ ਸ਼ਕਤੀਆਂ ਨੂੰ ਧਰਤੀ ਤੇ ਸੁੱਟਿਆ ਹੈ। ਮਾਰ ਮਾਰ ਡਾਰੇ ਕੋ ਧੀਰ ਨ ਧਰਾਤ ਹੈ। ਸਤਿਗੁਰਾਂ ਦੀ ਚਰਨ ਜੋੜਾ ਖੜਾਮ ਨੇ ਐਸੀ ਮਾਰ ਪਾਈ ਹੈ ਕਿ ਕੋਈ ਵੀ ਸ਼ਕਤੀ ਧੀਰਜ ਨਹੀਂ ਧਰਦੀ। ਕਬਿਤ ਜਾਂਤੀ ਜਾਂਤੀ ਸਖਤੀ ਤਾਂ ਕੇ ਅੱਗੇ ਜਾਏ ਪਰੀ। ਜਿਵੇਂ ਜਿਵੇਂ ਜਿਸੇ ਕਿਸੇ ਸਿੱਧ ਨੇ ਆਪਣੀ ਆਪਣੀ ਸ਼ਕਤੀ ਅਸਮਾਨ ਵੱਲ ਉਡਾਈ ਸੀ ਨਾ, ਉਵੇਂ ਉਵੇਂ ਹੀ ਉਹ ਸ਼ਕਤੀਆਂ ਉਹਨਾਂ ਦੇ ਕੋਲ ਆ ਕੇ ਡਿੱਗੀਆਂ ਨੇ। ਨੀਚੇ ਨੈਣ ਲਜਤ ਹਵੇ ਉੱਚੇ ਦਾ ਨਿਹਾਰੀਆ। ਸਾਰੇ ਜੋਗੀ ਸ਼ਰਮਸਾਰ ਹੋ ਕਰਕੇ ਨੀਵੀਂ ਪਾ ਕੇ ਬੈਠੇ ਨੇ, ਕੋਈ ਵੀ ਸਤਿਗੁਰਾਂ ਦੇ ਨਾਲ ਅੱਖ ਨਹੀਂ ਮਿਲਾਉਂਦਾ। ਰਾਮ ਨੇ ਪਰਾਜੇ ਹੋਏ ਸੂਰਜ ਲਜਾਏ ਜਾਤ। ਜਿਵੇਂ ਜੰਗ ਦੇ ਮੈਦਾਨ ਦੇ ਅੰਦਰ ਕਾਇਰ ਸੂਰਮੇ ਦੇ ਹੱਥੋਂ ਹਾਰ ਕਰਕੇ ਸ਼ਰਮਸਾਰ ਹੁੰਦੇ ਨੇ। ਭਾਈ ਮੁਖ ਤੁਲਸਨ ਨਾ ਬੈਣ ਕੋ ਉਚਾਰੀਆ। ਇਹਨਾਂ ਸਾਰੇ ਜੋਗੀ ਜੋ ਸਤਿਗੁਰਾਂ ਦੇ ਨਾਲ ਈਰਖਾ ਕਰਦੇ ਸਨ, ਕਹਿੰਦੇ ਸਨ ਜਾਂ ਤਾਂ ਚੇਲੇ ਬਣ ਜਾਵੋ ਜਾਂ ਸ਼ਕਤੀ ਵਿਖਾਵੋ। ਹੁਣ ਸਾਰੇ ਹੀ ਚੁੱਪ ਧਾਰਨ ਕਰਕੇ ਬੈਠੇ ਨੇ, ਕੋਈ ਕੁਝ ਨਹੀਂ ਬੋਲਦਾ। ਗੋਪੀ ਚੰਦ ਭਾਖਰੀ ਮੰਗਲ ਤੇ ਆਪਦੇ ਤੇ। ਜਿੰਨੇ ਵੀ ਸਤਿਗੁਰਾਂ ਦੇ ਨਾਲ ਪ੍ਰੇਮ ਪਿਆਰ ਕਰਨ ਵਾਲੇ ਗੋਪੀ ਚੰਦ ਵਰਗੇ, ਮੰਗਲਨਾਥ ਭਰਤਰੀ ਵਰਗੇ ਜੋਗੀ ਸਨ। ਮੈਂ ਖੁਲਾਸੇ ਹਸੈ ਦੇਵੇ ਕਰਤਾਰੀਆ। ਤਾੜੀਆਂ ਮਾਰ ਮਾਰ ਕੇ ਹਿਰਦੇ ਅੰਦਰ ਪ੍ਰਸੰਨ ਹੋ ਕਰਕੇ ਸਾਰੇ ਹੀ ਹੱਸੇ ਨੇ। ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ। ਏਦਾਂ
ਜਿੱਦਾਂ ਦੀ ਇਹ ਵਿਧੀ ਚਾਹੁੰਦੇ ਸਨ ਨਾ, ਜਿਵੇਂ ਸਤਿਗੁਰਾਂ ਦੇ ਨਾਲ ਈਰਖਾ ਕਰਦੇ ਸਨ, ਭਰਤਰੀ ਜੋਗੀ ਵਰਗੇ ਕਹਿਣ ਲੱਗੇ ਇਹਨਾਂ ਨਾਲ ਇਦਾਂ ਹੀ ਹੋਣੀ ਚਾਹੀਦੀ ਸੀ। ਜਿਹੜੇ ਟੇਢੇ ਮਨ ਵਾਲੇ ਲੋਕ ਹੁੰਦੇ ਨੇ ਨਾ, ਜੋ ਸਤਿਗੁਰਾਂ ਉੱਪਰ ਸ਼ੰਕਾ ਕਰਦੇ ਨੇ, ਉਹਨਾਂ ਨਾਲ ਇਦਾਂ ਹੀ ਹੋਣੀ ਚਾਹੀਦੀ ਹੈ, ਫਿਰ ਹੀ ਉਹਨਾਂ ਨੂੰ ਮਤ ਆਉਂਦੀ ਹੈ। ਜੈਸੇ ਵਿਦ ਜੋਗ ਹੁੰਦੇ ਤੈਸੇ ਕੀ ਦਿਖਾ ਦਿਆ। ਜਿਸ ਕਾਰਜ ਦੇ ਇਹ ਯੋਗ ਸਨ, ਜਿਹੜੇ ਅਪਮਾਨ ਦੇ ਇਹ ਯੋਗ ਸਨ, ਸਤਿਗੁਰਾਂ ਨੇ ਐਸਾ ਇਹਨਾਂ ਨੂੰ ਸ਼ਕਤੀ ਬਖਸ਼ੀ ਹੈ। ਇਹਨਾਂ ਦਾ ਸਾਰਿਆਂ ਦੇ ਵਿੱਚ ਅਪਮਾਨ ਹੋਇਆ ਹੈ। ਸਤਿਗੁਰਾਂ ਦੀ ਨਿਰਾਦਰੀ ਕਰਨੀ ਚਾਹੁੰਦੇ ਸਨ, ਆਪਣੀ ਨਿਰਾਦਰੀ ਕਰਵਾ ਕਰਕੇ ਚੁੱਪ ਨੂੰ ਧਾਰਨ ਕਰਕੇ ਬੈਠੇ ਨੇ, ਕੁਝ ਬੋਲਦੇ ਨਹੀਂ। ਇਹਨਾਂ ਦੀਆਂ ਸ਼ਕਤੀਆਂ ਵੇਖ ਕਰਕੇ ਜਿਹੜੇ ਸਤਿਗੁਰਾਂ ਦੇ ਨਾਲ ਈਰਖਾ ਕਰਨ ਵਾਲੇ, ਉਹ ਨੀਵੀਂ ਪਾ ਕੇ ਸੰਗਤ ਜੀ ਇਸ ਪ੍ਰਕਾਰ ਚੁੱਪ ਨੂੰ ਧਾਰਨ ਕਰਕੇ ਬੈਠੇ ਨੇ। ਜੋ ਸਤਿਗੁਰਾਂ ਦੇ ਨਾਲ ਪ੍ਰੇਮ ਕਰਨ ਵਾਲੇ ਨੇ, ਸਤਿਗੁਰਾਂ ਦੇ ਜੀਵਨ ਜਾਣਦੇ ਨੇ, ਸਤਿਗੁਰਾਂ ਦਾ ਪਰਮੇਸ਼ਰ ਰੂਪ ਪਹਿਚਾਣਦੇ ਨੇ। ਗੋਰਖਨਾਥ ਦੇ ਜਿਹੜੇ ਚੇਲੇ ਨੇ, ਕੁਝ ਚੇਲੇ ਤਾਂ ਸਤਿਗੁਰਾਂ ਦੇ ਨਾਲ ਈਰਖਾ ਕਰਦੇ ਨੇ, ਉਹ ਚੁੱਪ ਧਾਰਨ ਕਰਕੇ ਬੈਠੇ ਨੇ। ਤੇ ਮੰਗਲਨਾਥ ਵਰਗੇ, ਜਿਹੜੇ ਗੋਪੀ ਚੰਦ ਵਰਗੇ, ਭਰਤਰੀ ਵਰਗੇ ਜੋਗੀ ਤਾੜੀਆਂ ਮਾਰ ਮਾਰ ਹੱਸੇ ਨੇ। ਸਤਿਗੁਰਾਂ ਦੀ ਐਸੀ ਸ਼ਕਤੀ ਵੇਖ ਕਰਕੇ ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਆਉਣ ਵਾਲਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿੱਚ ਸ਼ਬਦ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪ੍ਰਲੋਕ ਸ਼ਬਦ ਸੱਚੇ ਆਓ। ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਬਚੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਂ, ਸਭ ਦੂਤਾਂ ਕਾ ਬਹੁ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਗਿਆਨ ਆਦਿ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਤਿਸੇ ਸੋ ਪਾਵੈ ਸਦਾ ਸਿਫਤ ਸਮਾਹ ਸਮਾਧ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੀਰੇ। ਨਾਨਕ ਸੱਚੇ ਸਾਹਿਬ ਗਿਆਨ ਆਦਿ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਾਓ, ਜਿਸ ਦੀਆਂ ਇਹ ਵਡਿਆਈਆਂ। ਤਾਹੈ ਨਾਨਕ ਸੁਨੋ ਸੰਤੋ ਸਬਦ ਧਰਮ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗਾ। ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਤਾਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸਮਹਾਵਟ ਭਾਗੀ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਪਾਇਆ ਉਤਰੇ ਸਗਲ ਵਿਸੂ ਪੂਰੇ। ਰੂਪ ਰੋਗ ਸੰਤਾ ਤੇ ਉਤਰੇ ਸੁਣੀ ਸੱਚੀ ਬਾਣੀ। ਸਤ ਸਾਜਨ ਭਏ ਭਏ ਸਭ ਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ। ਖੇਲੇ ਸਗਲ ਜਗਤ ਧਿਆਇਆ ਗੁਰਿਆਇਆ ਵਾਜੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।